ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਭਿਸ਼ੇਕ ਵੈਸਟਰਨ ਓਵਰਸੀਜ਼ ਤੋਂ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਈ ਵੀਜ਼ਾ ਸਕਸੈਸ ਸਟੋਰੀ ਲੈ ਕੇ। ਇਹ ਵੀਜ਼ਾ ਸਕਸੈਸ ਸਟੋਰੀ ਹੈਗੀ ਹੈ ਸਵਿਤਾ ਦੀ। ਸਵਿਤਾ ਨੇ ਸਾਡੇ ਥਰੂ ਹੀ ਆਇਲਸ ਕੀਤੀ ਸੀ ਅਤੇ ਸਾਡੇ ਥਰੂ ਹੀ ਵੀਜ਼ਾ ਇਹਨਾਂ ਦਾ ਆਇਆ ਹੈ। ਉਹਨਾਂ ਦਾ ਸਫ਼ਰ ਕਿੱਦਾਂ ਰਿਹਾ ਵੈਸਟਰਨ ਓਵਰਸੀਜ਼ ਨਾਲ, ਮੈਂ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਊਂਗਾ ਅਤੇ ਕੰਗਰੈਚੁਲੇਸ਼ਨ ਕਹੂੰਗਾ ਸਵਿਤਾ ਨੂੰ ਵੀਜ਼ਾ ਲਈ। ਸਵਿਤਾ ਪਲੀਜ਼ ਆਪਣਾ ਵੀਜ਼ਾ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰ ਦਿਓ। ਐਂਡ ਸਵਿਤਾ, ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਆਪਣਾ ਜੋ ਤੁਸੀਂ ਇੱਕ ਸੁਪਨਾ ਦੇਖਿਆ ਸੀ ਅਪਲਾਈ ਕਰਨ ਤੋਂ ਪਹਿਲਾਂ ਕੈਨੇਡਾ ਲਈ, ਉਹ ਅੱਜ ਤੁਹਾਡਾ ਸੁਪਨਾ ਸਾਕਾਰ ਹੋ ਗਿਆ, ਤੁਹਾਡੇ ਕੋਲ ਵੀਜ਼ਾ ਸਟੈਂਪਡ ਆ ਚੁੱਕਿਆ ਹੈ। ਕਿੱਦਾਂ ਦੀ ਤੁਹਾਡੀ ਜਰਨੀ ਰਹੀ ਆਇਲਸ ਦੇ ਥਰੂ, ਔਰ ਕਿੱਦਾਂ ਤੁਸੀਂ ਵੈਸਟਰਨ ਓਵਰਸੀਜ਼ ਜਦੋਂ ਵੀਜ਼ਾ ਅਪਲਾਈ ਕੀਤਾ, ਕੀ ਤੁਹਾਨੂੰ ਹੈਲਪ ਮਿਲੀ ਅਤੇ ਕੀ ਕੁਛ ਤੁਹਾਡਾ ਸਫ਼ਰ ਰਿਹਾ, ਉਹ ਸਾਡੇ ਦਰਸ਼ਕਾਂ ਨਾਲ ਪਲੀਜ਼ ਸ਼ੇਅਰ ਕਰ ਦਿਓ। ਫਸਟ ਆਫ ਆਲ ਮੈਂ ਬਹੁਤ ਥੈਂਕ ਯੂ ਕਰਨਾ ਚਾਹੂੰਗੀ ਵੈਸਟਰਨ ਓਵਰਸੀਜ਼ ਲਈ ਕਿ ਸਾਨੂੰ ਪ੍ਰੋਪਰ ਗਾਈਡ ਕਰਨ ਲਈ। ਔਰ ਅਗਰ ਇਹਨਾਂ ਦੀ ਗਾਈਡੈਂਸ ਨਹੀਂ ਹੁੰਦੀ ਮੇ ਬੀ, ਕਿਉਂਕਿ ਮੇਰਾ ਕੇਸ ਥੋੜ੍ਹਾ ਕਨਫਿਊਜ਼ਿੰਗ ਸੀ, ਉਹਦੇ ਵਿੱਚ ਮੇਰੀ ਸਟੱਡੀ ਵਿੱਚ ਗੈਪ ਸੀ, ਬਟ ਸਟਿਲ ਇਹਨਾਂ ਨੇ ਮੈਨੇਜ ਕਰਕੇ ਇਸ ਤਰੀਕੇ ਨਾਲ ਪ੍ਰੋਫਾਈਲ ਨੂੰ ਸਟਰੋਂਗ ਕੀਤਾ ਕਿ ਮੇਰਾ ਵੀਜ਼ੇ ਦੀ ਸ਼ੋਰਟੀ ਹੋ ਜਾਏ। ਔਰ ਮੈਂ ਦੱਸਣਾ ਚਾਹੂੰਗੀ ਕਿ ਮੇਰੀ ਇੱਕ ਫਰੈਂਡ ਸੀ, ਉਹਨੇ ਮੈਨੂੰ ਰეკਮੈਂਡ ਕੀਤਾ ਵੈਸਟਰਨ ਓਵਰਸੀਜ਼। ਉਹ ਜਲੰਧਰ ਤੋਂ ਸੀ, ਉਹਨਾਂ ਨੇ ਉਹ ਇਸ ਟਾਈਮ ਕੈਨੇਡਾ ਹੈ ਔਰ ਉਹਨਾਂ ਨੇ ਸਟੱਡੀ ਵੀਜ਼ਾ ਇਹਨਾਂ ਤੋਂ ਅਪਲਾਈ ਕੀਤਾ ਸੀ। ਫਿਰ ਮੈਂ ਜਦ ਇੱਥੇ ਆਈ ਤਾਂ ਫਿਰ ਮੈਨੂੰ ਕੋਚਿੰਗ ਦਾ ਵੀ ਪਤਾ ਚੱਲਿਆ ਕਿ ਕੋਚਿੰਗ ਵੀ ਦਿੰਦੇ ਹੈ ਆਇਲਸ ਦੀ। ਦੈਨ ਮੈਂ ਆਇਲਸ ਦੀਆਂ ਕਲਾਸਿਸ ਜੁਆਇਨ ਕੀਤੀਆਂ। ਵਿਦਿਨ 2 ਮੰਥਸ ਮੈਂ ਆਪਣਾ ਐਗਜ਼ਾਮ ਕਲੀਅਰ ਕਰ ਲਿਆ। ਔਰ ਕੋਚਿੰਗ ਵਿੱਚ ਇਹਨਾਂ ਦੇ ਸਟਾਫ ਬਹੁਤ ਹੀ ਪ੍ਰੋਫੈਸ਼ਨਲ ਹੈ ਔਰ ਉਹਨਾਂ ਨੇ ਮੈਨੂੰ ਪ੍ਰੋਪਰ ਗਾਈਡੈਂਸ ਦਿੱਤੀ, ਪ੍ਰੋਪਰ ਮੇਰੀ ਰੀਡਿੰਗ ਸਕਿੱਲਸ ਔਰ ਮੇਰੇ ਸਪੀਕਿੰਗ ਸਕਿੱਲ ਸਾਰੇ ਸ਼ਾਰਪ ਕੀਤੇ। ਔਰ ਫਿਰ ਮੇਰੇ ਮਾਰਕਸ ਆਏ 6.5 ਨੋਟ ਲੈਸ ਦੈਨ 6। ਉਸ ਤੋਂ ਬਾਅਦ ਮੇਰਾ ਮਤਲਬ ਕਿ ਆਫਰ ਲੈਟਰ ਆਇਆ ਔਰ ਮੇਰਾ ਇਹ ਐਕਸਪੀਰੀਅੰਸ ਬਹੁਤ ਹੀ ਅੱਛਾ ਰਿਹਾ। ਓਕੇ, ਜਿੱਦਾਂ ਕਿ ਤੁਸੀਂ ਦੱਸਿਆ ਤੁਸੀਂ ਆਇਲਸ ਜੁਆਇਨ ਕੀਤੀ, ਤੁਹਾਡੇ 6.5 ਨੋਟ ਲੈਸ ਦੈਨ 6 ਬੈਂਡ ਸਕੋਰ ਤੁਸੀਂ ਅਚੀਵ ਕੀਤੇ। ਜੋ ਤੁਸੀਂ 2.5 ਮੰਥ ਦਾ ਜਿਹੜਾ ਐਕਸਪੀਰੀਅੰਸ ਸੀ ਉਹਦੇ 'ਚ ਤੁਹਾਨੂੰ ਜਿਹੜੀ ਟ੍ਰੇਨਿੰਗ ਕਰਾਏਗੀ ਸਪੀਕਿੰਗ ਮੋਡਿਊਲਸ, ਰਾਈਟਿੰਗ ਮੋਡਿਊਲ, ਰੀਡਿੰਗ ਮੋਡਿਊਲ, ਉਹ ਇੱਕ ਵਾਰ ਸਿੰਗਲ ਟ੍ਰੇਨਿੰਗ ਸੀ ਜਾਂ ਤੁਹਾਨੂੰ ਡਿਊਲ ਮੋਡਿਊਲ ਟ੍ਰੇਨਿੰਗ ਕਰਵਾਈ ਗਈ? ਉਹ ਸਾਨੂੰ ਮਤਲਬ ਕਿ ਹਰ ਇੱਕ ਮੋਡਿਊਲ ਲਈ ਸਪੈਸ਼ਲ ਕਲਾਸਿਸ ਹੁੰਦੀਆਂ ਸੀ, ਜਿੱਦਾਂ ਕਿ ਹਰ ਇੱਕ ਮੋਡਿਊਲ ਲਈ ਉਹਨਾਂ ਨੇ ਟਾਈਮ ਸੈਗਰੀਗੇਟ ਕੀਤਾ ਸੀ। 1 ਆਵਰ ਫॉर ਰੀਡਿੰਗ, 1 ਆਵਰ ਫॉर ਰਾਈਟਿੰਗ। ਔਰ ਫਿਰ ਉਸ ਤੋਂ ਬਾਅਦ ਡਿਸਕਸ਼ਨ ਸੈਸ਼ਨ ਹੁੰਦਾ ਸੀ ਅਗਰ ਕਿਸੇ ਨੂੰ ਕੋਈ ਕਨਫਿਊਜ਼ਨ ਆ, ਕਿਸੇ ਦੇ ਕੋਈ ਪੁਆਇੰਟਸ ਕਲੀਅਰ ਨਹੀਂ ਹੋ ਰਹੇ। ਔਰ ਉਸ ਤੋਂ ਬਾਅਦ ਫਿਰ ਸਪੀਕਿੰਗ ਵਾਸਤੇ ਸਪੈਸ਼ਲੀ ਮਤਲਬ ਕਿ ਸਾਰੇ ਇਹਨਾਂ ਨੇ ਟਾਸਕ ਕੰਪਲੀਟ ਕਰਵਾਏ ਸਾਨੂੰ। ਔਰ ਹਰ ਇੱਕ ਚੀਜ਼ ਲਈ ਪਰਟੀਕੂਲਰ ਟਾਈਮ ਸੀ ਜਿਹਦੇ ਨਾਲ ਕਿ ਬੱਚਾ ਜ਼ਿਆਦਾ ਗ੍ਰੈਬ ਕਰਦਾ ਆ ਆਪਣੀ ਸਕਿੱਲਸ। ਓਕੇ, ਜਦੋਂ ਤੁਹਾਡਾ ਬੈਂਡ ਸਕੋਰ, ਡਿਜ਼ਾਇਰ ਬੈਂਡ ਸਕੋਰ ਤੁਸੀਂ ਅਚੀਵ ਕਰ ਲਿਆ, ਉਸ ਤੋਂ ਬਾਅਦ ਤੁਹਾਨੂੰ ਕਿਹੜੇ ਅਜਿਹੇ ਦੇ ਪੁਆਇੰਟ ਲੱਗੇ ਜਿੱਥੋਂ ਤੁਹਾਨੂੰ ਲੱਗਿਆ ਕਿ ਵੀਜ਼ਾ ਵੀ ਵੈਸਟਰਨ ਓਵਰਸੀਜ਼ ਥਰੂ ਹੀ ਅਪਲਾਈ ਕਰਨਾ ਚਾਹੀਦਾ? ਕਿਉਂਕਿ ਜਦੋਂ ਵੀ ਅਸੀਂ ਕਲਾਸਿਸ ਲਗਾਉਂਦੇ ਸੀ ਸਾਡੇ ਤੱਕ ਸਟੂਡੈਂਟਸ ਆਉਂਦੇ ਸੀ ਜਿਨ੍ਹਾਂ ਦੇ ਵੀਜ਼ਾ ਆਉਂਦੇ ਸੀ, ਅਸੀਂ ਉਹਨਾਂ ਨੂੰ ਮਿਲਦੇ ਸੀ ਔਰ ਉਹ ਸਾਨੂੰ ਕਹਿੰਦੇ ਸੀ ਕਿ ਬਹੁਤ ਟਰਸਟਵਰਦੀ ਆ ਔਰ ਸਾਨੂੰ ਇੱਥੋਂ ਹੀ ਫਾਈਲ ਲਗਾਉਣੀ ਚਾਹੀਦੀ ਆ। ਤਾਂ ਫਿਰ ਇਹਨਾਂ ਦਾ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਆ, ਇਸ ਲਈ ਮੈਂ ਇੱਥੋਂ ਹੀ ਫਾਈਲ ਲਗਾਈ। ਔਰ ਵੈਸੇ ਵੀ ਜਿਨ੍ਹਾਂ ਦੀ ਫਾਈਲ ਮਤਲਬ ਕਿ ਬਹੁਤ ਘੱਟ ਚਾਂਸਿਸ ਹੁੰਦੇ ਆ, ਮੈਂ ਉਹਨਾਂ ਨੂੰ ਵੀ ਇਹ ਪ੍ਰੈਫਰ ਕਰੂੰਗੀ ਕਿ ਉਹ ਵੈਸਟਰਨ ਓਵਰਸੀਜ਼ ਤੋਂ ਫਾਈਲ ਲਗਵਾਉਣ, ਕਿਉਂਕਿ ਸਟਰੋਂਗ ਫਾਈਲ ਹੀ ਤੁਹਾਡੇ ਵੀਜ਼ੇ ਦੇ ਚਾਂਸਿਸ ਵਧਾਉਂਦੀ ਆ। ਗ੍ਰੇਟ। ਅਤੇ ਸਾਡੇ ਨਾਲ ਸਵਿਤਾ ਦੀ ਸਿਸਟਰ ਵੀ, ਉਹਨਾਂ ਨੇ ਵੀ ਜੁਆਇਨ ਕੀਤਾ ਹੋਇਆ, ਅਤੇ ਮੈਂ ਉਹਨਾਂ ਤੋਂ ਜਾਣਨਾ ਚਾਹੂੰਗਾ ਕਿ ਅੱਜ ਉਹਨਾਂ ਦੀ ਸਿਸਟਰ ਦਾ ਵੀਜ਼ਾ ਆਇਆ ਤਾਂ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਅਤੇ ਫੈਮਿਲੀ 'ਚ ਕਿੱਦਾਂ ਦਾ ਮਾਹੌਲ ਹੈ? ਹਾਂਜੀ ਸਰ, ਅਸੀਂ ਸਾਰੇ ਬਹੁਤ ਖੁਸ਼ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਰੋਨਾ ਦੇ ਟਾਈਮ 'ਚ ਬਹੁਤ ਜ਼ਿਆਦਾ ਡਿਫੀਕਲਟੀਜ਼ ਆ ਗਈਆਂ ਸੀ, ਬਟ ਸਾਡਾ ਵੀਜ਼ਾ ਆਇਆ ਹੀ ਹੋਇਆ ਸੀਗਾ। AIP ਇੱਕ ਸਮੈਸਟਰ ਇੱਥੇ ਕੀਤਾ ਇਹਨੇ, ਫਿਰ ਉਸ ਤੋਂ ਬਾਅਦ ਹੁਣ ਵੀਜ਼ਾ ਆਇਆ ਤਾਂ ਅਸੀਂ ਬਹੁਤ ਥੈਂਕਫੁਲ ਹਾਂ ਸਾਰੀ ਟੀਮ ਦੇ, ਵੈਸਟਰਨ ਓਵਰਸੀਜ਼ ਦੀ, ਮੇਨਲੀ ਅਭਿਸ਼ੇਕ ਸਰ, ਪਰਮਿੰਦਰ ਸਰ। ਉਹਨਾਂ ਨੇ ਬਹੁਤ ਸਾਨੂੰ ਗਾਈਡ ਕੀਤਾ ਅੱਛੀ ਤਰ੍ਹਾਂ, ਜੋ ਵੀ ਸਾਡਾ GIC ਸੀਗਾ, ਪੇ ਕਦੋਂ ਕਰਨਾ, ਕਿਹੜੇ ਟਾਈਮ 'ਤੇ ਅਸੀਂ ਫਾਈਲ ਲਗਾਉਣੀ, SOP ਬਹੁਤ ਸਟਰੋਂਗ ਬਣਾਈ ਜਿਹਦੇ ਨਾਲ ਕਿ ਸਾਡੀ ਫਾਈਲ ਸਾਨੂੰ ਪਤਾ ਵੀ ਅੱਛੇ ਹੱਥਾਂ ਵਿੱਚ ਵਾ ਔਰ ਇਹਦੇ ਸਕਸੈਸ ਰੇਟ ਬਿਲਕੁਲ 100% ਆ। ਇਸ ਲਈ ਮੈਂ ਹਰ ਇੱਕ ਨੂੰ ਰਿਕਮੈਂਡ ਕਰੂੰਗੀ ਉਹ ਵੈਸਟਰਨ ਓਵਰਸੀਜ਼ ਆਏ, ਆਪਣੇ ਸਾਰੇ ਡਾਊਟ ਕਲੀਅਰ ਕਰੇ ਔਰ ਆਪਣੀ ਫਾਈਲ ਇੱਥੋਂ ਲਗਵਾਏ। ਮੋਸਟ ਪ੍ਰੋਬੇਬਲੀ ਉਹ ਇੱਥੋਂ ਆਪਣੇ ਆਇਲਸ ਦੀ ਵੀ ਸਟੱਡੀ ਇੱਥੇ ਹੀ ਲਏ। ਔਰ ਮੈਂ ਆਪਣੀ ਕਈ ਫਰੈਂਡਸ ਨੂੰ ਵੀ ਇੱਥੇ ਦੀ ਆਇਲਸ ਲਈ ਰਿਕਮੈਂਡ ਕੀਤਾ ਵਾ ਔਰ ਉਹਨਾਂ ਦਾ ਵੀ ਐਕਸਪੀਰੀਅੰਸ ਬਹੁਤ ਅੱਛਾ ਰਿਹਾ। ਔਰ ਮੈਂ ਇੱਕ ਵਾਰ ਫਿਰ ਤੁਹਾਨੂੰ ਥੈਂਕਸ ਕਹਿੰਦੀ ਹਾਂ ਸਰ ਕਿ ਤੁਸੀਂ ਬਹੁਤ ਅੱਛਾ ਗਾਈਡ ਕੀਤਾ ਸਾਨੂੰ। ਥੈਂਕ ਯੂ ਵੈਰੀ ਮਚ। ਵੈਲਕਮ ਮੈਮ। ਔਰ ਕੁਝ ਸਵਿਤਾ ਦੀ ਪ੍ਰੋਫਾਈਲ ਬਾਰੇ ਅਸੀਂ ਜਾਣਾਂਗੇ ਸਵਿਤਾ ਤੋਂ। ਸਵਿਤਾ ਨੇ 2014 'ਚ ਆਪਣੀ ਜੋ ਹੈ ਗ੍ਰੈਜੂਏਸ਼ਨ ਕੰਪਲੀਟ ਕੀਤੀ ਸੀ ਆਰਟਸ 'ਚ। 58% ਇਹਨਾਂ ਦੇ ਮਾਰਕਸ ਹੈਗੇ ਸੀ ਓਵਰਆਲ। ਉਸ ਤੋਂ ਬਾਅਦ ਇਹਨਾਂ ਦਾ ਸਟੱਡੀ ਗੈਪ ਵੀ ਹੈਗਾ ਸੀ, ਇਹਨਾਂ ਨੇ UAE ਵੀ ਟਰੈਵਲ ਕੀਤਾ ਹੈ ਕੁਝ ਟਾਈਮ ਲਈ। ਅਪਰੋਕਸ ਅਗਰ ਮੈਂ ਗੱਲ ਕਰਾਂ ਤਾਂ 3 ਈਅਰ ਇਹਨਾਂ ਦਾ ਸਟੱਡੀ ਗੈਪ ਸੀ, ਜਿਹਦੇ 'ਚ ਇਹਨਾਂ ਨੇ ਵਰਕ ਐਕਸਪੀਰੀਅੰਸ ਹੈਗਾ ਸੀ ਇਹਨਾਂ ਦਾ 3 ਈਅਰ ਦਾ। ਅਤੇ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਤਾਂ ਇਹਨਾਂ ਨੇ KPU ਲਈ ਅਪਲਾਈ ਕੀਤਾ ਸੀ
ਪੋਸਟ ਗ੍ਰੈਜੂਏਟ ਡਿਪਲੋਮਾ ਇਨ ਸਪਲਾਈ ਚੇਨ ਮੈਨੇਜਮੈਂਟ, ਜਿਨ੍ਹਾਂ ਦਾ ਐਕਸਪੀਰੀਅੰਸ ਵੀ ਸੀ ਉਹ ਸਪਲਾਈ ਚੇਨ ਮੈਨੇਜਮੈਂਟ ਦੇ ਵਿੱਚ ਹੀ ਹੈਗਾ ਸੀ। ਤੇ ਸਵੀਤਾ, ਜਦੋਂ ਤੁਸੀਂ ਆਪਣਾ ਕੋਰਸ ਦੇਖਿਆ KPU ਦੇ ਵਿੱਚ ਤੇ ਤੁਸੀਂ ਆਪਣੀ SOP ਪੜ੍ਹੀ ਤੇ ਉਹਦੇ ਵਿੱਚ ਤੁਹਾਨੂੰ ਕੁਝ ਐਦਾਂ ਦੀ ਇਨਫੋਰਮੇਸ਼ਨ ਲੱਗੀ ਕਿ ਹਾਂ ਤੁਹਾਨੂੰ ਦੇਖ ਕੇ ਲੱਗਿਆ ਹੋਵੇ ਕਿ ਇਹ ਪੁਆਇੰਟਸ ਬਹੁਤ ਸਟਰੋਂਗ ਹੈ ਮੇਰੀ SOP, ਜਿਹਦੇ ਕਰਕੇ ਮੇਰਾ ਵੀਜ਼ਾ ਆ ਸਕਦਾ ਹੈ? ਐਕਚੁਅਲੀ ਮੇਰੀ SOP ਇਹਨਾਂ ਨੇ ਇਸ ਤਰੀਕੇ ਨਾਲ ਬਣਾਈ ਸੀ ਕਿ ਮੇਰੇ ਜਦੋਂ ਐਕਸਪੀਰੀਅੰਸ ਸ਼ੋ ਕੀਤਾ, ਉਹ ਐਕਸਪੀਰੀਅੰਸ ਨਾਲ ਹੀ ਮੇਰੀ ਜਿਹੜੀ ਮੈਂ ਫਰਦਰ ਸਟੱਡੀ ਕਰਨਾ ਚਾਹੁੰਦੀ ਸੀ ਉਹ ਸੇਮ ਸੀ, ਯਾਨੀ ਕਿ ਸੇਮ ਫੀਲਡ ਸੀ। ਕੋਈ ਮੇਰੀ ਫੀਲਡ ਨਹੀਂ ਚੇਂਜ ਕੀਤੀ ਗਈ। ਮੇਰੀ SOP ਉਸ ਤਰੀਕੇ ਨਾਲ ਬਣਾਈ ਗਈ ਕਿ ਮੈਨੂੰ ਰਿਕੁਆਇਰਮੈਂਟ ਹੈ ਉਸ ਕੋਰਸ ਦੀ ਮੇਰੀ ਫੀਲਡ ਵਿੱਚ ਅੱਗੇ ਵਧਣ ਵਾਸਤੇ। ਸੋ ਇਹ ਸਾਰੇ ਬਹੁਤ ਪੁਆਇੰਟ ਸਟਰੋਂਗ ਸੀਗੇ ਸੀ। ਔਰ ਜਿੱਥੇ ਮੇਰਾ ਗੈਪ ਸੀ, ਇਹਨਾਂ ਨੇ ਮੇਰਾ ਗੈਪ ਵੀ ਮਤਲਬ ਕਿ ਬਹੁਤ ਤਰੀਕੇ ਨਾਲ ਉਹ ਸ਼ੋ ਕੀਤਾ ਆ ਕਿ ਹਾਂ ਬੱਚਾ ਇਸ ਟਾਈਮ ਸਟੱਡੀ ਕਰ ਰਿਹਾ ਸੀ, ਇਸ ਟਾਈਮ ਆਪਣੀ ਆਇਲਸ ਕੋਚਿੰਗ ਲੈ ਰਿਹਾ ਸੀ, ਜਿਹਦਾ ਕਰਕੇ ਕਿ ਉਹ ਪੂਰਾ ਜੈਨੂਅਨ ਕੇਸ ਸੀ। ਔਰ ਇਹਨਾਂ ਨੇ ਉਹਨੂੰ ਇੰਨਾ ਸਟਰੋਂਗ ਕਰ ਦਿੱਤਾ ਕਿ ਵੀਜ਼ਾ ਰਿਫਿਊਜ਼ਲ ਦੇ ਕੋਈ ਚਾਂਸਸ ਨਹੀਂ ਸੀ ਔਰ ਸਕਸੈਸਫੁਲ ਹੋਣਾ ਹੀ ਸੀ। ਓਕੇ, ਤੇ ਸਵੀਤਾ ਤੁਹਾਡਾ AIP ਕਦੋਂ ਆਇਆ ਸੀ ਤੇ ਕਦੋਂ ਤੁਸੀਂ ਆਨਲਾਈਨ ਕਲਾਸਿਸ ਲੈਣਾ ਸਟਾਰਟ ਕੀਤਾ? ਮੇਰਾ AIP ਆਇਆ ਸੀ ਮੇਰੀ ਕਲਾਸਿਸ ਤੋਂ 4 ਦਿਨ ਪਹਿਲਾਂ, 4 ਸੈਪਟੈਂਬਰ। 8 ਸੈਪਟੈਂਬਰ ਨੂੰ ਮੇਰੀਆਂ ਕਲਾਸਿਸ ਹੈਗੀਆਂ ਸੀ, ਤਾਂ ਫਿਰ ਉਸ ਤੋਂ ਬਾਅਦ ਮੇਰੀਆਂ ਆਨਲਾਈਨ ਕਲਾਸਿਸ ਸਟਾਰਟ ਹੋ ਗਈਆਂ ਸੀ ਵਿਦਿਨ 4 ਡੇਜ਼। ਓਕੇ, ਆਨਲਾਈਨ ਕਲਾਸਿਸ ਤੁਸੀਂ AIP ਤੋਂ ਬਾਅਦ ਸਟਾਰਟ ਕਰ ਲਈ ਸੀ। ਜਦੋਂ AIP ਆਉਣ ਤੋਂ ਬਾਅਦ ਵੀ ਕੁਝ ਦੇਰ ਤੱਕ ਤੁਹਾਡਾ ਵੀਜ਼ਾ ਨਹੀਂ ਆਇਆ ਤੇ ਉਸ ਟਾਈਮ ਤੁਸੀਂ ਫਿਰ ਅੱਗੇ ਕੁਝ ਸੋਚਿਆ, ਕੁਝ ਰਿਸਰਚ ਕੀਤੀ ਜਿੱਦਾਂ ਕਿ ਬੱਚੇ ਰਿਸਰਚ ਕਰਦੇ ਆ, ਜਾਂ ਤੁਸੀਂ ਟਰਸਟ ਕੀਤਾ ਵੈਸਟਰਨ ਓਵਰਸੀਜ਼ ਤੇ ਕਿ ਉਹ ਤੁਹਾਨੂੰ ਬੈਟਰ ਗਾਈਡ ਕਰਨਗੇ? ਨਹੀਂ, ਐਕਚੁਅਲੀ ਮੈਂ ਕਿਸੇ ਵੀ ਰੂਮਰਸ 'ਤੇ ਟਰਸਟ ਨਹੀਂ ਕੀਤਾ। ਮੈਂ ਸਿੰਪਲੀ ਆਪਣੇ ਕੰਸਲਟੈਂਟ ਨੂੰ ਫ਼ੋਨ ਕੀਤਾ, ਪਰਮਿੰਦਰ ਸਰ ਨੂੰ ਫ਼ੋਨ ਕੀਤਾ। ਫਿਰ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਤੁਸੀਂ ਟੈਨਸ਼ਨ ਨਾ ਲਓ, ਠੀਕ ਹੈ, ਤੁਹਾਡੇ ਕਾਲਜ ਆਪਸ਼ਨ ਦੇ ਰਿਹਾ ਹੈ ਸਟੱਡੀ ਬ੍ਰੇਕ ਦੀ, ਤੁਸੀਂ ਉਹ ਸਟੱਡੀ ਬ੍ਰੇਕ ਲਵੋ, ਉਹਦਾ ਕੋਈ ਤੁਹਾਨੂੰ ਮਤਲਬ ਕਿ ਨੁਕਸਾਨ ਨਹੀਂ ਹੋਏਗਾ, ਬੈਨੀਫਿਟ ਹੀ ਹੋਏਗਾ, ਕਿਉਂਕਿ ਤੁਹਾਡੇ ਕੰਟੀਨਿਊ ਰਹੇਗੀ ਤੁਹਾਡੀ ਸਟੱਡੀ ਮੇ ਇਨਟੇਕ ਵਿੱਚ। ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਸੇਮ ਜਿਸ ਦਿਨ ਮੇਰਾ ਸਟੱਡੀ ਬ੍ਰੇਕ ਲੈਣਾ ਸੀ, ਸੇਮ ਡੇ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਮੈਮ ਯੂ ਹੈਵ ਟੂ ਟੇਕ ਸਟੱਡੀ ਬ੍ਰੇਕ। ਫਿਰ ਉਸ ਤੋਂ ਬਾਅਦ ਮੈਂ ਉਹਨਾਂ 'ਤੇ ਟਰਸਟ ਰੱਖਿਆ। ਫਿਰ ਉਹ ਮੈਨੂੰ ਅਪਡੇਟ ਕਰਦੇ ਰਹੇ ਥਰੂ ਈਮੇਲ, ਸਮ ਟਾਈਮ ਦੇ ਕਾਲ ਮੀ। ਫਿਰ ਇਸ ਤਰ੍ਹਾਂ ਮੇਰਾ ਨਾਓ ਫਾਈਨਲੀ ਆਈ ਗੋਟ ਮਾਈ ਵੀਜ਼ਾ। ਸੋ ਇੱਕ ਬਹੁਤ ਹੀ ਇੰਪੋਰਟੈਂਟ ਗੱਲ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੂੰਗਾ ਕਿ ਜਿੱਦਾਂ ਸਵੀਤਾ ਨੇ ਕਿਹਾ ਕਿ ਕੁਝ ਬੱਚੇ ਆਉਂਦੇ ਆ ਜੋ ਲਗਾਤਾਰ ਮੈਨੂੰ ਕਾਲਸ ਵੀ ਆ ਰਹੇ ਆ ਕਿ ਸਾਡਾ 1 ਸਾਲ ਕੰਪਲੀਟ ਹੋ ਚੁੱਕਿਆ ਹੈ, ਸਾਡਾ ਵੀਜ਼ਾ ਨਹੀਂ ਆ ਰਿਹਾ, ਸਾਡੀ ਸਟੱਡੀ ਅੱਗੇ ਜਾ ਰਹੀ, ਸਾਨੂੰ ਸੈਕੰਡ ਈਅਰ ਦੀ ਫੀਸ ਵੀ ਇੱਥੋਂ ਹੀ ਪੇ ਕਰਨੀ ਪਏਗੀ। ਤਾਂ ਤੁਹਾਡੇ ਕੋਲ ਇੱਕ ਬੈਟਰ ਆਪਸ਼ਨ ਹਮੇਸ਼ਾ ਅਵੇਲੇਬਲ ਰਹਿੰਦਾ ਜੋ ਕਾਲਜ ਐਂਡ ਯੂਨੀਵਰਸਿਟੀ ਰਿਕਮੈਂਡ ਕਰਦੀਆਂ, ਦੈਟ ਇਜ਼ ਸਟੱਡੀ ਬ੍ਰੇਕ। ਅਗਰ ਤੁਹਾਡਾ 1 ਸਮੈਸਟਰ ਕਲੀਅਰ ਹੋ ਚੁੱਕਿਆ ਔਰ ਤੁਹਾਡਾ ਵੀਜ਼ਾ ਡਿਸੀਜਨ ਹਜੇ ਨਹੀਂ ਆਇਆ ਤਾਂ ਮੈਂ ਰਿਕਮੈਂਡ ਕਰੂੰਗਾ ਤੁਸੀਂ ਸਟੱਡੀ ਬ੍ਰੇਕ ਵੀ ਲੈ ਸਕਦੇ ਹੋ। ਇੱਕ ਬ੍ਰੇਕ ਤੁਸੀਂ ਲਓਗੇ ਤਾਂ ਅਪਰੋਕਸ 4 ਮੰਥ ਤੁਸੀਂ ਆਪਣੇ ਸੇਵ ਕਰ ਸਕਦੇ ਹੋ। ਉਸ 4 ਮੰਥ ਤੁਹਾਡਾ ਮੋਸਟ ਪ੍ਰੋਬੇਬਲੀ ਡਿਸੀਜਨ ਆ ਜਾਏਗਾ ਤੇ ਤੁਹਾਨੂੰ ਨੈਕਸਟ ਈਅਰ ਦੀ ਫੀਸ ਵੀ ਇੱਥੋਂ ਡਿਪੋਜ਼ਿਟ ਨਹੀਂ ਕਰਨੀ ਪਏਗੀ। ਤੇ ਮੈਂ ਪੁੱਛਣਾ ਚਾਹੂੰਗਾ ਸਵੀਤਾ ਨੂੰ ਕਿ ਤੁਸੀਂ ਹੋਪਫੁਲੀ ਆਪਣਾ ਵੀਜ਼ਾ ਹੁਣ ਲੈ ਚੁੱਕੇ ਹੋ ਤਾਂ ਕਿੱਦਾਂ ਰਿਕਮੈਂਡ ਕਰੋਗੇ ਵੈਸਟਰਨ ਓਵਰਸੀਜ਼ ਨੂੰ? ਐਕਚੁਅਲੀ ਜਿਸ ਦਿਨ ਤੋਂ ਮੈਂ ਇੱਥੇ ਕੋਚਿੰਗ ਲੈਣੀ ਆਪਣੀ ਕੋਚਿੰਗ ਕੰਪਲੀਟ ਕੀਤੀ, ਸੇਮ ਡੇ ਹੀ ਮੈਨੂੰ ਮੇਰੀਆਂ ਕਈ ਫਰੈਂਡਸ ਪੁੱਛਦੇ ਆ, ਈਵਨ ਮੇਰੀ ਫੈਮਿਲੀ 'ਚ ਵੀ ਮੈਂ ਸਾਰਿਆਂ ਨੂੰ ਰეკਮੈਂਡ ਕੀਤਾ ਹੋਇਆ ਕਿ ਵੈਸਟਰਨ ਓਵਰਸੀਜ਼ ਤੋਂ ਹੀ ਫਾਈਲ ਲਗਾਉਣਾ। ਔਰ ਮੇ ਬੀ ਇਨ ਫਿਊਚਰ ਮੇਰਾ ਇੱਕ ਕਜ਼ਨ ਹੈ, ਉਹਨੇ ਜਾਣਾ ਆ, ਉਹ ਵੀ ਇੱਥੋਂ ਹੀ ਫਾਈਲ ਲਗਾਏਗਾ। ਔਰ ਮੋਸਟਲੀ ਮੇਰਾ ਫਰੈਂਡ ਸਰਕਲ ਜਾਂ ਜਿਹੜੇ ਵੀ ਮੇਰੇ ਨੋਨ ਹੈਗੇ ਆ ਉਹਨਾਂ ਨੂੰ ਮੈਂ ਵੈਸਟਰਨ ਓਵਰਸੀਜ਼ ਹੀ ਰეკਮੈਂਡ ਕਰ ਰਹੀ ਹਾਂ। ਔਰ ਮੋਸਟਲੀ ਸਟੂਡੈਂਟ ਆ ਵੀ ਰਹੇ ਆ, ਨਾਟ ਓਨਲੀ ਇਨ ਚੰਡੀਗੜ੍ਹ ਬ੍ਰਾਂਚ ਬਟ ਇਨ ਜਲੰਧਰ ਔਰ ਸਮ ਅਦਰ ਪਲੇਸਿਸ ਐਜ਼ ਵੈਲ। ਸੋ ਦਰਸ਼ਕੋ, ਤੁਸੀਂ ਦੇਖਿਆ ਸਵੀਤਾ ਦੀ ਤੁਸੀਂ ਸਟੋਰੀ ਸੀ ਜੋ ਆਪਣੀ ਉਹਨਾਂ ਦੀ ਜ਼ੁਬਾਨੀ ਸੁਣੀ ਕਿ ਉਹਨਾਂ ਦਾ ਕਿੱਦਾਂ ਸਫ਼ਰ ਰਿਹਾ ਵੈਸਟਰਨ ਓਵਰਸੀਜ਼ ਨਾਲ। ਤੇ ਹੁਣ ਸਵੀਤਾ ਜਲਦੀ ਹੀ ਕੈਨੇਡਾ ਟਰੈਵਲ ਕਰ ਰਹੇ ਇਨ ਮੰਥ ਆਫ ਮਾਰਚ। ਤੇ ਬਾਕੀ ਕੋਈ ਵੀ ਦਰਸ਼ਕ ਅਗਰ ਇੱਦਾਂ ਦੇ ਹੈਗੇ ਜੋ ਰਿਫਿਊਜ਼ ਹੋਏ ਆ, ਜਿਨ੍ਹਾਂ ਦੇ ਮਾਰਕਸ ਕਰਕੇ ਜੋ ਡਾਊਟ ਲੱਗ ਰਿਹਾ, ਤਾਂ ਪਲੀਜ਼ ਇੱਕ ਵਾਰ ਵੈਸਟਰਨ ਓਵਰਸੀਜ਼ ਨਾਲ ਆਪਣੀ ਪ੍ਰੋਫਾਈਲ ਡਿਸਕਸ ਕਰੋ ਤੇ ਹੋਪਫੁਲੀ ਆਪਣਾ ਵੀਜ਼ਾ ਲੈ ਕੇ ਹੀ ਜਾਓਗੇ। ਥੈਂਕ ਯੂ ਸੋ ਮਚ ਐਂਡ ਸਤਿ ਸ਼੍ਰੀ ਅਕਾਲ।